गुड मॉर्निंग प्लस वन क्लास। बेटा जो टॉपिक ਅੱਜ ਆਪਾਂ ਕਰਨ ਲੱਗੇ ਆ ਆਪਣੇ ਟੌਪਿਕ ਦਾ ਨਾਮ ਹੈ ਫ੍ਰਿਕਸ਼ਨ। ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਫੋਰਸਸ ਬਾਰੇ ਗੱਲ ਕਰ ਲਈ ਸੀਗੀ ਬੇਟਾ, ਫੋਰਸ ਨਿਊਟਨਸ ਲਾਅ ਪੜ੍ਹ ਲਏ ਸੀਗੇ ਹਨਾ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਫ੍ਰਿਕਸ਼ਨ ਇੱਕ ਹੋਰ ਤਰ੍ਹਾਂ ਦੀ ਫੋਰਸ ਦੀ ਗੱਲ ਕਰਾਂਗੇ ਜਿਹਨੂੰ ਆਪਾਂ ਕੀ ਬੋਲਦੇ ਹਾਂ ਫ੍ਰਿਕਸ਼ਨ। ਬੇਟਾ ਫ੍ਰਿਕਸ਼ਨ ਹੁੰਦਾ ਕੀ ਹੈ? ਹੁਣ ਜਦੋਂ ਵੀ ਕੋਈ ਦੋ ਆਬਜੈਕਟਸ when two bodies sliding over the surface of other body. When two bodies sliding over the surface of other body, then an opposing force come into play whose function is to reduce the motion of a body is called friction। देखो बेटा फ्रिक्शन की होता है, मैंने क्या लिखा है कि वो फोर्स है when two bodies sliding over the surface of another। जो एक बॉडी दूसरी बॉडी के सरफेस पर स्लाइड कर रही है। फॉर एग्जांपल एक बॉल है, बॉल ਨੂੰ ਆਪਾਂ ਫਰਸ਼ ਦੇ ਉੱਪਰ ਰੋੜ ਦਈਏ, ਬॉल ਕੁਝ ਟਾਈਮ ਬਾਅਦ ਐਟ ਰੈਸਟ ਹੋ ਜੂਗੀ। ਜੇ ਮੰਨ ਲਓ ਸਪੋਜ਼ ਟੂ ਫਲੋਰ ਹੈ, ਆ ਮੈਂ ਉਹਦੇ ਉੱਪਰ ਬॉल ਨੂੰ ਸਲਾਈਡ ਕਰਵਾਤਾ, ਰੋੜਦਾ ਨਾ, ਬॉल ਇੱਧਰ ਜਾਏਗੀ। ਜਿਹੜਾ ਪਾਰਟ ਬॉल ਦਾ ਟੱਚ ਕਰ ਰਿਹਾ ਗਰਾਊਂਡ ਨੂੰ ਇੱਥੇ when two bodies sliding over the surface, दोनों सरफेस मीट कर रहे, ठीक है। मैंने देखो बॉल अपनी तरफ जा रही है तो एक अपोजिंग फोर्स क्रिएट होगी ਜਿਹੜੀ ਕਿ ਇਹਨੂੰ स्लो ਕਰਨ ਚ ਹੈਲਪ ਕਰੂ। ਦੇਖੋ ਵੈਸੇ ਵੀ ਦੇਖੋ ਤੁਸੀਂ ਨਾ, ਜੇ ਤੁਸੀਂ ਇੱਕ ਬॉल ਨੂੰ ਫਰਸ਼ ਦੇ ਉੱਪਰ ਰੋੜ ਦਿੰਦੇ ਹੋ ਜਾਂ ਇੱਕ ਸਾਈਕਲ ਹੈ, ਮੰਨ ਲਓ ਪੈਡਲ ਮਾਰ ਕੇ ਸਾਈਕਲ ਨੂੰ ਛੱਡਤਾ ਤਾਂ ਕੁਝ ਟਾਈਮ ਬਾਅਦ ਤੁਸੀਂ ਨੋਟ ਕਰੋਗੇ ਜਿਹੜੀ ਤੁਹਾਡੀ ਸਾਈਕਲ ਹੈ, ਜਿਹੜੀ ਤੁਹਾਡੀ ਬॉल ਹੈ, ਇਹ ਕਮਸ ਟੂ ਐਟ ਰੈਸਟ। ਕਿਉਂ? ਕਿਉਂਕਿ ਉਹਦੇ ਵਿੱਚ ਜਦੋਂ ਦੋਨੇ ਚੀਜ਼ਾਂ ਇੱਕ ਦੂਜੇ ਉੱਪਰ ਸਲਾਈਡ ਕਰ ਰਹੀਆਂ ਹੁੰਦੀਆਂ ਤਾਂ ਇੱਕ ਫ੍ਰਿਕਸ਼ਨ ਫੋਰਸ ਪੈਦਾ ਹੁੰਦੀ ਹੈ, ਇੱਕ ਅਪੋਜ਼ਿੰਗ ਫੋਰਸ ਪੈਦਾ ਹੁੰਦੀ ਹੈ ਜਿਹੜੀ ਕਿ ਬਾਡੀ ਦੇ ਐਕਚੁਅਲ ਮੋਸ਼ਨ ਨੂੰ ਕੀ ਕਰ ਦਿੰਦੀ ਹੈ, ਅਪੋਜ਼ ਕਰਦੀ। ਦੈਟਸ ਵਾਈ ਮੈਂ ਇਹਨੂੰ ਤੇ ਅਪੋਜ਼ਿੰਗ ਫੋਰਸ ਲਿਖਿਆ। ਅਪੋਜ਼ਿੰਗ ਦਾ ਮਤਲਬ ਆਪਣੀ ਬਾਡੀ ਦੇ ਆਪਣੀ ਬਾਡੀ ਮੋਸ਼ਨ ਦੇ ਅਪੋਜ਼। ਕਿ ਬਾਡੀ ਇੱਧਰ ਜਾ ਰਹੀ ਹੈ ਫਾਰਵਰਡ ਡਾਇਰੈਕਸ਼ਨ ਵੱਲ ਤਾਂ ਫ੍ਰਿਕਸ਼ਨ ਕਿੱਧਰ ਲੱਗੇਗੀ, ਬੈਕਵਰਡ ਵੱਲ। ਤੇ ਮੈंने ਕੀ ਲਿਖ ਦਿੱਤਾ, when two bodies sliding over the surface of other body then an opposing force come into play। opposing force ਪੈਦਾ ਹੋ ਜਾਂਦੀ ਹੈ whose function is to reduce the motion of the body। ਇਹਦਾ ਕੰਮ ਕੀ ਹੈ, ਬਾਡੀ ਨੂੰ, ਬਾਡੀ ਦੇ ਮੋਸ਼ਨ ਨੂੰ ਰਿਡਿਊਸ ਕਰਨਾ, ਬਾਡੀ ਦੇ ਮੋਸ਼ਨ ਨੂੰ ਸਲੋ ਕਰਨਾ। ਉਸ ਫੋਰਸ ਨੂੰ ਆਪਾਂ ਕੀ ਬੋਲਦੇ ਨੇ, ਫ੍ਰਿਕਸ਼ਨ ਕਹਿੰਦੇ ਨੇ, ਠੀਕ ਹੈ। ਜਿਵੇਂ ਫॉर एग्जांपल एग्जांपल ਹੋ ਗਈ ਕੁਝ ਆਪਾਂ ਬੱਚਿਆਂ ਦਾ ਝੂਲਾ ਸਲਾਈਡਰ ਵਾਲਾ ਨਾ, ਬੱਚੇ ਬਸ ਜਾਂਦੇ ਨੇ ਦੂਜੇ ਪਾਸੇ ਸਲਾਈਡ ਕਰਦੇ ਨੇ, ਇੱਥੇ ਵੀ ਫ੍ਰਿਕਸ਼ਨ ਲੱਗਦੀ ਹੈ ਜਦੋਂ ਮਤਲਬ ਕੋਈ ਵੀ ਦੋ ਆਬਜੈਕਟ ਦੂਜੇ ਉੱਪਰ ਟੱਚ ਕਰਦੇ ਨੇ ਹਨਾ, ਦੂਜੇ ਉੱਪਰ ਸਲਾਈਡ, ਜਿਵੇਂ ਆਪਾਂ ਸਰਦੇ ਹੱਥ ਇੱਕ ਦੂਜੇ ਉੱਪਰ ਰਗੜਦੇ ਆ ਨਾ ਤਾਂ ਹੀਟ ਪੈਦਾ ਹੋ ਜਾਂਦੀ ਹੈ। ਉਹ ਵੀ ਕਾਹਦਾ ਰੀਜ਼ਨ ਹੈ, फ्रिक्शन का। फ्रिक्शन मतलब जो दो चीजें एक पर रगड़ खाती हैं वो रगड़ को ही फ्रिक्शन फोर्स कहते हैं। तो ये याद रखो जी फ्रिक्शन फोर्स है ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਆਪਣੇ ਮੋਸ਼ਨ ਦੇ ਕੀ ਹੁੰਦੀ ਹੈ, ਅਪੋਜ਼ ਹੁੰਦੀ ਹੈ। ਮੋਸਟਲੀ ਨੂੰ ਸਮਾਲ ਐਫ ਨਾਲ ਲਿਖ ਰਹੇ, ਠੀਕ ਹੈ। ਫ੍ਰਿਕਸ਼ਨ ਇੱਧਰ ਤੁਹਾਡਾ ਬਾਡੀ ਦਾ ਮੋਸ਼ਨ ਹੈ, ਇੱਧਰ ਤੁਹਾਡੀ ਕਿਹੜੀ ਫੋਰਸ ਹੈ, ਫ੍ਰਿਕਸ਼ਨ ਫੋਰਸ ਹੈ। ਕਲੀਅਰ ਹੈ ਗੱਲ ਇਹ, ਠੀਕ ਹੈ। ਫਿਰ ਬੇਟਾ ਇਹਦਾ ਕਾਰਨ ਕੀ ਹੈ, ਰੀਜ਼ਨ ਆਫ ਫ੍ਰਿਕਸ਼ਨ, ਇਹਦਾ ਕਾਜ਼ ਕੀ ਹੈ, ਫ੍ਰਿਕਸ਼ਨ ਪੈਦਾ ਕਿਉਂ ਹੁੰਦੀ ਹੈ। ਜਦੋਂ ਤੁਸੀਂ ਚੈੱਕ ਕਰਦੇ ਹੋ ਕੋਈ ਵੀ ਸਰਫੇਸ ਹੈ, ਅੱਛਾ ਇੱਕ ਗੱਲ ਹੋਰ ਨਾ, ਫ੍ਰਿਕਸ਼ਨ ਉਨੀ ਜ਼ਿਆਦਾ ਹੋਊਗੀ ਜਿੰਨੀ ਤੁਹਾਡਾ ਸਰਫੇਸ ਰਫ ਹੋਊਗਾ, ਠੀਕ ਹੈ। ਜਿਵੇਂ ਤੁਸੀਂ ਸੈਂਡ ਪੇਪਰ ਦੀ ਗੱਲ ਕਰੋ ਨਾ, ਸੈਂਡ ਪੇਪਰ ਇੰਨਾ ਜ਼ਿਆਦਾ ਖੁਰਦਰਾ ਹੁੰਦਾ ਹੈ, ਉਹ ਚ ਫ੍ਰਿਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਰਗੜ ਬਲ ਬਹੁਤ ਜ਼ਿਆਦਾ ਲੱਗਦਾ ਹੈ ਨਾ। ਤਾਂ ਕਾਜ਼ ਕੀ ਹੈ, ਇਹਦਾ ਕਾਰਨ ਕੀ ਕਹਿੰਦੇ, ਮੰਨ ਲਓ ਤੁਹਾਡੇ ਕੋਲ ਕੋਈ ਸਰਫੇਸ ਨੇ ਜਿਹੜੇ ਕੁਝ ਉੱਪਰ ਸਲਾਈਡ ਕਰ ਰਹੇ ਨੇ। ਮੰਨ ਲਓ ਆਹ ਸਰਫੇਸ ਹੈ, ਆਹ ਇੱਕ ਮੇਰੇ ਕੋਲ ਆਬਜੈਕਟ ਹੈ ਵੁਡਨ ਦਾ, ਮੰਨ ਲਓ ब्लॉक है, एक वुडन ब्लॉक W1 है और W2, ਆਪਾਂ ਦੋਨਾਂ ਨੂੰ ਦੂਜੇ ਉੱਪਰ ਸਲਾਈਡ ਕਰਦੇ ਹਾਂ। ਸਪੋਜ਼ ਆਪਾਂ ਦੋਨਾਂ ਨੂੰ ਕੀ ਕਰ ਰਹੇ ਹਾਂ, ਦੂਜੇ ਉੱਪਰ ਸਲਾਈਡ ਕਰਦੇ ਹਾਂ ਤਾਂ ਜਾਂ ਤਾਂ ਪੱਥਰ ਮੰਨ ਲਓ, ਆਦਾ ਪਤਾ ਨਾ ਜੋ ਸਟੋਨ ਦੋ ਦੂਜੇ ਉੱਪਰ ਰਗੜ ਖਾਂਦੇ ਨੇ, ਦੈਨ ਹੀ ਵਿਲ ਕ੍ਰੀਏਟ ਲਾਈਟ, ਹੀ ਵਿਲ ਕ੍ਰੀਏਟ ਫਾਇਰ। ਹੁਣ ਕਹਿੰਦੇ ਜਿਹੜਾ ਇੱਕ ਸਰਫੇਸ ਤੇ ਉਸ ਨੂੰ ਦੇਖਣ ਨੂੰ ਸਮੂਥ ਲੱਗਦਾ ਹੈ ਬਟ ਐਕਚੁਅਲੀ ਇਹ ਇਰੈਗੂਲਰ ਸ਼ੇਪਸ ਹੁੰਦਾ, ਇਸ ਤਰ੍ਹਾਂ ਹੁੰਦਾ ਹੈ। ਇਹਦੇ ਚ ਸਪਾਈਕਸ ਹੁੰਦੀ ਹੈ। ਸਪਾਈਕਸ ਦਾ ਮਤਲਬ ਕੋਈ ਸਰਫੇਸ ਹੈ ਜਿਹੜਾ ਕਿ ਜਿਵੇਂ ਇੱਕ ਤੁਹਾਨੂੰ ਪਤਾ ਹੋਊਗਾ ਜਦੋਂ ਵੁੱਡ ਦੀ ਗੱਲ ਕਰੀਏ ਜਾਂ ਹਨਾ, ਇੱਕ ਸਰਫੇਸ ਹੁੰਦਾ ਪੋਲਿਸ਼ਡ, ਇੱਕ ਹੁੰਦਾ ਅਨਪੋਲਿਸ਼ਡ। ਸਪੋਜ਼ ਕਰੋ ਪੋਲਿਸ਼ਡ ਸਰਫੇਸ ਹੈ, ਪੋਲਿਸ਼ ਨਾਲ ਆਪਾਂ ਉਹਦੀ ਫ੍ਰਿਕਸ਼ਨ ਘਟਾ ਸਕਦੇ ਆ ਬਟ ਰਿਡਿਊਸ ਬਿਲਕੁਲ ਜ਼ੀਰੋ ਨਹੀਂ ਕਰ ਸਕਦੇ ਨਾ। ਮੰਨ ਲਓ ਜਿਹੜਾ ਕਹਿੰਦੇ ਸਰਫੇਸ ਤੁਹਾਨੂੰ ਆਰਡੀਨਰੀ ਇੱਕ ਸਮੂਥ ਅਪੀਅਰ ਹੁੰਦਾ ਬਟ ਐਕਚੁਅਲੀ ਹੀ ਇਜ਼ ਨਾਟ ਸਮੂਥ, ਉਹਦੇ ਚ ਕੀ ਹੁੰਦੀਆਂ ਨੇ, ਇਹ ਇਰੈਗੂਲਰਿਟੀਜ਼ ਹੁੰਦੀਆਂ, ਇਹਨੂੰ ਇਰੈਗੂਲਰਿਟੀਜ਼ ਕਹਿੰਦੇ ਆ।
ਅਨਈਵਨ ਜਾਂ ਪਾਥ ਹੈ ਨਾ। ਹੁਣ ਜਦੋਂ ਇਹ ਦੋਨੇ W1 W2 ਦੂਜੇ ਪਰ ਸਲਾਈਡ ਕਰਨਗੇ ਇਹਨਾਂ ਦੀ ਜਿਹੜੀ ਇਰੈਗੂਲਰਿਟੀਜ਼ ਨੇ ਇੱਕ ਦੂਜੇ ਚ ਇੰਟਰਲੌਕ ਹੋ ਜਾਣਗੀਆਂ। ਉਹਦਾ ਮੋਸ਼ਨ ਇਸ ਤਰ੍ਹਾਂ ਇੰਟਰਲੌਕ ਹੋ ਜਾਏਗਾ है ना। मतलब ਇਹ ਕੀ ਹੈ ਕਿ W2 ਆਪਾਂ ਸਟੇਸ਼ਨਰੀ ਦੇ ਮੰਨ ਰੱਖਿਆ, W2 ਉਹਦੇ ਪਰ ਸਲਾਈਡ ਕਰਨਾ ਅੱਗੇ ਪਿੱਛੇ ਲੈ ਕੇ ਜਾ ਰਹੇ ਆ ਤਾਂ ਇਹਦੇ ਚ ਇੰਟਰਲੌਕ ਹੋ ਜਾਣਗੀਆਂ। ਇਹਦੇ ਮੋਸ਼ਨ ਨੂੰ ਕੀ ਕਰੂ ਅਪੋਜ਼ ਕਰੂ ਤਾਂ ਆਪਾਂ ਨੂੰ ਜ਼ਿਆਦਾ ਫੋਰਸ ਲਾਉਣੀ ਪਊਗੀ ਹੈ ਨਾ। ਮਤਲਬ ਮੇਨ ਰੀਜ਼ਨ ਕੀ ਹੈ ਫ੍ਰਿਕਸ਼ਨ ਦਾ ਰੀਜ਼ਨ ਕੀ ਹੈ ਇੰਟਰਲੌਕਿੰਗ ਆਫ ਸਰਫੇਸ ਵਿਦ ਵਨ ਅਨਦਰ। ਇੱਕ ਦੂਜੇ ਉੱਪਰ ਕੀ ਹੋ ਜਾਣਾ ਹੁੰਦਾ ਜਿਹੜੇ ਇਰੈਗੂਲਰਿਟੀਜ਼ ਉਹਨਾਂ ਦਾ ਇੰਟਰਲੌਕ ਹੋ ਜਾਣਾ। ਇਰੈਗੂਲਰਿਟੀਜ਼ ਨੇ ਜਿਹੜੀਆਂ ਇੱਕ ਦੂਜੇ ਉੱਪਰ ਇੰਟਰਲੌਕ ਹੋ ਜਾਣੀਆਂ। ਇਹ ਮੇਨ ਰੀਜ਼ਨ ਹੈ ਕਿਸੇ ਵੀ ਸਰਫੇਸ ਨੂੰ ਕੀ ਕਰਨ ਵਾਸਤੇ ਉਹਦੇ ਚ ਫ੍ਰਿਕਸ਼ਨ ਕ੍ਰੀਏਟ ਕਰਨ ਲਈ। ਜਿੰਨੀ ਇਹ ਇਰੈਗੂਲਰਿਟੀਜ਼ ਜ਼ਿਆਦਾ ਹੋਣਗੀਆਂ ਬੇਟਾ ਉਹਨਾਂ ਫ੍ਰਿਕਸ਼ਨ ਵੀ ਜ਼ਿਆਦਾ ਹੋਊਗਾ। ਉਹਨਾਂ ਫ੍ਰਿਕਸ਼ਨ ਕੀ ਹੈ ਜ਼ਿਆਦਾ ਹੋਊਗਾ ਤੇ ਉਹਨੇ ਆਪਣੀ ਜਿਹੜੀ ਫੋਰਸ ਹੈ ਆਪਾਂ ਨੂੰ ਬਾਹਰੋਂ ਫੋਰਸ ਜ਼ਿਆਦਾ ਆਪਾਂ ਨੂੰ ਦੇਖੋ ਆਹ ਫੋਰਸ ਫਿਰ ਜ਼ਿਆਦਾ ਲਗਾਉਣੀ ਪਊਗੀ ਮੂਵ ਕਰਨ ਲਈ ਕਿਉਂਕਿ ਆਹ ਇਰੈਗੂਲਰਿਟੀਜ਼ ਕੀ ਹੋ ਗਈਆਂ ਇੰਟਰਲੌਕ ਹੋ ਗਈਆਂ ਤਾਂ ਉਹ ਇੰਟਰਲੌਕ ਨੂੰ ਬ੍ਰੇਕ ਕਰਨ ਲਈ ਆਪਾਂ ਨੂੰ ਜ਼ਿਆਦਾ ਫੋਰਸ ਲਾਣੀ ਪਏਗੀ। ਤੁਹਾਨੂੰ ਤੁਹਾਡੀ ਅਪਲਾਈਡ ਜਿੰਨੀ ਤੁਹਾਡੀ ਫ੍ਰਿਕਸ਼ਨ ਜ਼ਿਆਦਾ ਹੋਊਗੀ ਤੁਹਾਡੀ ਅਪਲਾਈਡ ਫੋਰਸ ਵੀ ਕੀ ਹੈ ਉਨੀ ਜ਼ਿਆਦਾ ਹੋ ਜਾਏਗੀ। ਆ ਗੱਲ ਕਲੀਅਰ ਹੈ। ਮੇਨ ਰੀਜ਼ਨ ਇਹਦਾ ਇਹ ਹੈ ਫ੍ਰਿਕਸ਼ਨ ਦਾ ਇੰਟਰਲੌਕਿੰਗ ਨੇਚਰ ਜਾਂ ਕਹ ਲਓ ਇੰਟਰਲੌਕਿੰਗ ਸਿਸਟਮ। ਠੀਕ ਹੈ। ਫਿਰ ਬੇਟਾ ਜਿਹੜਾ ਫ੍ਰਿਕਸ਼ਨ ਹੈ ਉਹ ਕਿ ਦੋ ਤਰ੍ਹਾਂ ਦੀ ਹੁੰਦੀ ਹੈ। ਫ੍ਰਿਕਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਅੱਗੇ ਟੂ ਟਾਈਪਸ। ਵਨ ਇਜ਼ ਇੰਟਰਨਲ ਫ੍ਰਿਕਸ਼ਨ and other one is external friction। ठीक है जी। इंटरनल फ्रिक्शन एंड इंटरनल एक्सटर्नल फ्रिक्शन। देखो पहला इंटरनल की गल कर ली इंटरनल फ्रिक्शन जी देखो इंटरनल का मतलब है अंदरली अंदरूनी। ये वो फ्रिक्शन है जी आपको बाहरों नजर नहीं आती। ये होंगी तो हैगी है बट ये की है नजर नहीं आती। फॉर एग्जाम्पल एक लिक्विड है एक लिक्विड फ्लो कर रहे हैं ना ये मान लो पानी पानी फर्श के उपर डोलनी है कि जिन्नी स्पीड नाल पानी डोलिया पानी या एक होर एग्जांपल ले सिंपल एक पासे पानी डोलदा एक पासे हनी डोलदा शहद डोलदा कि दोनों सेम दोनों है तो लिक्विड ने कि दोनों सेम स्पीड नाल जाणगे नहीं। ਜਿਹੜਾ ਹਨੀ ਹੈ ਉਹਦੀ ਸਪੀਡ ਘੱਟ ਹੋਵੇਗੀ ਐਜ਼ ਕੰਪੈਰੀਜ਼ਨ ਟੂ ਵਾਟਰ। ਇਹ ਜਾਂ ਤਾਂ ਇਹ ਕਹ ਲਓ ਵੀ ਹਨੀ ਜ਼ਿਆਦਾ ਡੈਂਸਰ ਹੈ। ਡੈਂਸਰ ਦਾ ਮਤਲਬ ਵੀ ਕੀ ਹੁੰਦਾ ਜਦੋਂ ਹਨੀ ਫਲੋ ਕਰਦਾ ਜਾਂ ਕੋਈ ਵੀ ਲਿਕੁਇਡ ਫਲੋ ਕਰਦਾ ਹੈ ਤਾਂ ਉਹ ਲੇਅਰ ਦੀ ਫਾਰਮ ਚ ਫਲੋ ਕਰਦਾ ਹੈ ਨਾ ਤਾਂ ਜਦੋਂ ਇੱਕ ਲੇਅਰ ਦੂਜੀ ਲੇਅਰ ਉੱਪਰ ਮੂਵ ਕਰੂਗੀ ਤਾਂ ਉੱਥੇ ਕੀ ਲੱਗੂਗੀ ਫ੍ਰਿਕਸ਼ਨ ਲੱਗੂਗੀ ਹੈ ਨਾ। ਜਿਹਨੂੰ ਆਪਾਂ ਹੁਣੀ ਪੜ੍ਹ ਕੇ ਟੈਕ ਵਨ ਸਰਫੇਸ ਸਲਾਈਡ ਓਵਰ ਦ ਸਰਫੇਸ ਆਫ ਅਦਰਸ ਤਾਂ ਇਹ ਜਿਹੜੀ ਫ੍ਰਿਕਸ਼ਨ ਦੇਖੋ ਆਪਾਂ ਨੂੰ ਬਾਹਰ ਤਾਂ ਨਜ਼ਰ ਨਹੀਂ ਆਉਂਦੀ ਬਟ ਐਕਚੁਅਲੀ ਫ੍ਰਿਕਸ਼ਨ ਐਗਜ਼ਿਸਟ ਕਰਦੀ ਹੈ। ਇਸ ਤਰ੍ਹਾਂ ਦੀ ਫ੍ਰਿਕਸ਼ਨ ਆਪਾਂ ਕੀ ਬੋਲਦੇ ਹਾਂ ਇੰਟਰਨਲ ਫ੍ਰਿਕਸ਼ਨ। ਇਸੇ ਕਰਕੇ ਜੇ ਜਿੰਨੀ ਇਹ ਫ੍ਰਿਕਸ਼ਨ ਜ਼ਿਆਦਾ ਹੋਏਗੀ ਕਿਸੇ ਵੀ ਲਿਕੁਇਡ ਚ ਉਨੀ ਉਹ ਫ੍ਰਿਕਸ਼ਨ ਉਨੀ ਉਹ ਲਿਕੁਇਡ ਹੈ ਜ਼ਿਆਦਾ ਡੈਂਸ ਹੋਊਗਾ ਜ਼ਿਆਦਾ ਗਾੜਾ ਹੋਊਗਾ। ਪਾਣੀ ਦੇ ਵਿੱਚ ਵੀ ਫ੍ਰਿਕਸ਼ਨ ਹੁੰਦੀ ਹੈ ਪਾਣੀ ਵੀ ਲੇਅਰ ਦੀ ਫਾਰਮ ਫਲੋ ਕਰਦਾ ਹੈ ਜਾਂ ਇਹ ਕਹਿ ਲਓ ਉਹ ਫ੍ਰਿਕਸ਼ਨ ਹੈ ਜਿਹੜੀ ਲੇਅਰ ਦੇ ਫਾਰਮ ਚ ਐਗਜ਼ਿਸਟ ਕਰਦੀ ਜਿਹੜਾ ਵੀ ਲਿਕੁਇਡ ਜਿਹੜਾ ਵੀ ਲਿਕੁਇਡ ਦੀ ਗੱਲ ਕਰਾਂਗੇ ਕਿਉਂਕਿ ਲਿਕੁਇਡ ਤੇ ਗੈਸ ਦੀ ਗੱਲ ਕਰਾਂਗੇ ਨਾ ਕਿਉਂਕਿ ਦੋਨੇ ਫਲੂਇਡ ਕੈਟਾਗਰੀ ਚ ਆਉਂਦੇ ਨੇ ਬਿਕੋਜ਼ ਬੋਥ ਆਰ ਫਲੂਇਡਸ ਬੋਥ ਹੈਵ ਅਬਿਲਿਟੀ ਟੂ ਫਲੋ। ਤਾਂ ਜਿਹੜੇ ਵੀ ਲਿਕੁਇਡ ਜਾਂ ਗੈਸ ਫਲੋ ਕਰਨਗੇ ਉਹਨਾਂ ਦੀ ਲੇਅਰਾਂ ਦੇ ਵਿੱਚ ਜਿਹੜੀ ਫ੍ਰਿਕਸ਼ਨ ਐਗਜ਼ਿਸਟ ਕਰਦੀ ਉਹਦੀ ਲੇਅਰ ਦੇ ਵਿੱਚ ਜੋ ਐਗਜ਼ਿਸਟ ਕਰਦੀ ਹੈ ਫ੍ਰਿਕਸ਼ਨ ਉਹਨੂੰ ਕੀ ਬੋਲਦੇ ਆਪਾਂ ਇੰਟਰਨਲ ਫ੍ਰਿਕਸ਼ਨ। ਤੇ ਇਹਦਾ ਕੰਮ ਵੀ ਕੀ ਹੁੰਦਾ ਆਪਣੇ ਮੋਸ਼ਨ ਨੂੰ ਸਲੋ ਕਰਨਾ। ਜਿੰਨੀ ਇੰਟਰਨਲ ਫ੍ਰਿਕਸ਼ਨ ਜ਼ਿਆਦਾ ਹੋਗੀ ਬਿਟਵੀਨ ਦ ਲੇਅਰ ਆਫ ਲਿਕੁਇਡ ਹੁਣ ਤੁਹਾਡਾ ਲਿਕੁਇਡ ਜਿਹੜਾ ਫਲੋ ਕਰੂਗਾ ਉਹਦੀ ਸਪੀਡ ਕੀ ਹੁੰਦੀ ਘੱਟ ਹੋਗੀ। ਜਿਵੇਂ ਫੋਰ ਐਗਜ਼ਾਮਪਲ ਵਾਟਰ ਦਾ ਐਗਜ਼ਾਮਪਲ ਦੇ ਚੁੱਕੇ ਹਾਂ ਨਾ। ਜਿਹੜੀ ਹੁੰਦੀ ਹੈ ਐਕਸਟਰਨਲ ਫ੍ਰਿਕਸ਼ਨ ਉਹ ਫ੍ਰਿਕਸ਼ਨ ਬੇਟਾ ਉਹ ਹੁੰਦੀ ਜਿਹੜੀ ਤੁਹਾਨੂੰ ਬਾਹਰੋਂ ਦਿਖਦੀ ਹੈ। ਜਿਹੜੀ ਫ੍ਰਿਕਸ਼ਨ ਕਿੱਥੇ ਲੱਗਦੀ ਹੈ ਆਊਟਸਾਈਡ ਦਾ ਬੋਡੀ ਲੱਗਦੀ ਹੈ। ਉਹ ਇਨਸਾਈਡ ਦਾ ਬੋਡੀ ਲੱਗ ਰਹੀ ਸੀ ਇਹ ਆਊਟਸਾਈਡ ਦਾ ਸਿਸਟਮ ਜਾਂ ਆਊਟਸਾਈਡ ਦਾ ਬੋਡੀ ਲੱਗਦੀ ਹੈ। ਠੀਕ ਹੈ। ਇਹ ਜਿਹੜਾ ਜਿਵੇਂ ਫੋਰ ਐਗਜ਼ਾਮਪਲ ਆਪਾਂ ਆਪਣੇ ਹੱਥ ਸਰਦੀ ਦੇ ਵਿੱਚ ਆਪਾਂ ਆਪਣੇ ਹੱਥ ਸਲਾਈਡ ਕਰਦੇ ਇੱਕ ਦੂਜੇ ਉੱਪਰ ਇਹ ਫ੍ਰਿਕਸ਼ਨ ਆਪਾਂ ਨੂੰ ਪਤਾ ਲੱਗਦਾ। ਆਪਾਂ ਦੋ ਸਾਈਕਲ ਦੀ ਐਗਜ਼ਾਮਪਲ ਲੈ ਲਓ ਜਿਹੜਾ ਟਾਇਰ ਤੇ ਗਰਾਊਂਡ ਫ੍ਰਿਕਸ਼ਨ ਲੱਗਦਾ ਆਪਾਂ ਨੂੰ ਪਤਾ ਲੱਗਦਾ ਹੈ। ਇੱਕ ਤੁਸੀਂ ਪੈਡਲ ਮਾਰ ਕੇ ਛੱਡ ਲਓ ਉਹ ਹਨਾ ਸਾਈਕਲ ਥੋੜੀ ਟਾਈਮ ਬਾਅਦ ਰੁਕ ਜਾਊਗਾ। ਇੱਕ ਬਾਲ ਨੂੰ ਗਰਾਊਂਡ ਦੇ ਉੱਪਰ ਰੋੜ ਦੋ ਕੁਝ ਟਾਈਮ ਬਾਅਦ ਬਾਲ ਤੁਹਾਡੀ ਐਡਰੈਸ ਆ ਜੂਗੀ। ਐਵੇਂ ਬਹੁਤ ਸਾਰੀ ਐਗਜ਼ਾਮਪਲ ਨੇ ਜਿੱਥੇ ਤੁਹਾਡਾ ਫ੍ਰਿਕਸ਼ਨ ਤੁਹਾਨੂੰ ਕਾਊਂਟ ਲੱਗਦਾ ਪਤਾ ਲੱਗਦਾ ਵੀ ਹਾਂ ਇੱਥੇ ਫ੍ਰਿਕਸ਼ਨ ਫੋਰਸ ਲੱਗ ਰਹੀ ਹੈ ਤੁਹਾਡਾ ਮੋਸ਼ਨ ਅਪੋਜ਼ ਹੋ ਰਿਹਾ ਹੈ ਨਾ। ਬਹੁਤ ਸਾਰੀ ਕਾਹਦੀ ਐਗਜ਼ਾਮਪਲ ਨੇ ਐਕਸਟਰਨਲ ਫ੍ਰਿਕਸ਼ਨ ਦੀ ਐਗਜ਼ਾਮਪਲ ਨੇ। ਨੈਕਸਟ ਬੇਟਾ ਜਿਹੜੀ ਐਕਸਟਰਨਲ ਫ੍ਰਿਕਸ਼ਨ ਹੈ ਨਾ ਇਹ ਵੀ ਅੱਗੇ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਸਟੈਟਿਕ ਫ੍ਰਿਕਸ਼ਨ ਇੱਕ ਹੁੰਦੀ ਹੈ ਕਾਈਨੈਟਿਕ ਫ੍ਰਿਕਸ਼ਨ ਇੱਕ ਹੁੰਦੀ ਹੈ ਲਿਮਿਟਿੰਗ ਫ੍ਰਿਕਸ਼ਨ। ठीक है स्टैटिक फ्रिक्शन काइनेटिक फ्रिक्शन ते लिमिटिंग फ्रिक्शन इनू वन बाय वन पढ़ लिया। व्हाट इज स्टैटिक फ्रिक्शन ठीक है जी।
देखो बेटा स्टैटिक फ्रिक्शन की लेट अस सपोज मैं एक एग्जांपल मान रहे हैं भी ਤੁਹਾਡੇ ਕੋਲ ਇੱਕ ਟੇਬਲ ਹੈ ਇਹਦੇ ਉੱਪਰ ਮੈਂ ਇੱਕ ਬੁੱਕ ਰੱਖਤੀ ਜਾਂ ਇੱਕ ਵੁਡਨ ਦਾ ਬਲੌਕ ਰੱਖਤਾ ਤਾਂ ਆਪਾਂ ਨੂੰ ਪਤਾ ਹੈ ਇਹਦਾ weight ਡਾਊਨਵਰਡ ਐਕਟ ਕਰੂਗਾ mg ਐਕਟਿੰਗ ਡਾਊਨਵਰਡ ਹੋ ਗਿਆ ਇਹਦਾ ਨਿਊਟਨ ਥਰਡ ਲਾ ਕੀ ਕਹਿੰਦਾ ਹੈ ਫॉर एवरी ਐਕਸ਼ਨ देयर विल बी इक्वल एंड अपोजिट रिएक्शन क्लियर है ਹੁਣ मैं सपोज करूं ਨੂੰ ਇਧਰ ਨੂੰ ਸਲਾਈਡ ਕਰ ਰਿਹਾ ਬਾਈ ਅਪਲਾਈਂਗ ਫੋਰਸ p p ਇਜ਼ ਅਪਲਾਈਂਗ ਫੋਰਸ ਜਿਹੜੀ ਆਪਾਂ ਇਹਨੂੰ ਮੋਸ਼ਨ ਚ ਲੈ ਕੇ ਆਉਣ ਲਈ ਅਪਲਾਈ ਕੀਤੀ ਹੈ ਤਾਂ ਫ੍ਰਿਕਸ਼ਨ ਇੱਥੇ ਲੱਗੂਗਾ ਨਾ ਜਿੱਥੇ ਦੋਨੇ ਚੀਜ਼ਾਂ ਇੱਕ ਦੂਜੇ ਉੱਪਰ ਸਲਾਈਡ ਕਰ ਰਹੀਆਂ ਤਾਂ ਫ੍ਰਿਕਸ਼ਨ ਕਿੱਧਰ ਲੱਗੇਗੀ ਪੋਜ਼ਿਟਿਵ ਡਾਇਰੈਕਸ਼ਨ ਵੱਲ ਤੇ ਆਪਾਂ ਕੈਪੀਟਲ ਐਫ ਨਾਲ ਸ਼ੋ ਕਰਤਾ ਠੀਕ ਹੈ ਜੀ ਹੁਣ ਆ ਤਾਂ ਤੁਹਾਨੂੰ ਪਤਾ ਹੈ ਆਲਰੇਡੀ ਵੀ r ਬਰਾਬਰ mg ਹੋਊਗਾ ਪਤਾ ਨਿਊਟਨ ਥਰਡ ਵਾਲਾ ਕਹਿੰਦਾ both are equal but in a positive direction ਠੀਕ ਹੈ ਜਿਹੜਾ ਮਤਲਬ ਇਹਦਾ weight ਹੈ ਉਹਨੂੰ ਕਿਹਨੇ ਬੈਲੈਂਸ ਕਰ ਰੱਖਿਆ ਹੈ ਰਿਐਕਸ਼ਨ ਨੇ ਬੈਲੈਂਸ ਕਰ ਰੱਖਿਆ ਕਿ ਇੱਥੇ ਇਹ ਹੋਊਗਾ f ਬਰਾਬਰ p ਹੋਊਗਾ ਆਪਾਂ ਥੋੜੇ ਯਾਦ ਹੋਵੇ ਆਪਾਂ ਇੱਕ ਹਾਰਸ ਐਂਡ ਕਾਰਟ ਕੋਲ ਪੜ੍ਹੀ ਸੀ ਇੱਥੇ ਦੇਖੋ ਜਿਹੜੀ p ਹੈ ਇਹ ਬਲੌਕ ਨੂੰ ਜਾਂ ਬੁੱਕ ਨੂੰ ਅੱਗੇ ਵੱਲ ਲੈ ਕੇ ਜਾ ਰਹੀ ਹੈ ਜਿਹੜੀ f ਹੈ ਬੁੱਕ ਨੂੰ ਪਿੱਛੇ ਵੱਲ ਲੈ ਕੇ ਜਾ ਰਹੀ ਹੈ ਸਪੋਜ਼ ਕਰੋ ਜੇ ਦੋਨੇ ਬਰਾਬਰ ਹੋਈਆਂ ਤੇ ਇਹਦਾ ਮਤਲਬ ਥੋੜਾ ਜਿਹੜਾ ਬਲੌਕ ਹੈ ਕ੍ਰੈਸਟ ਹੈ ਜਾਂ ਐ ਮੰਨ ਕੇ ਚਲੋ ਇਸ ਬੁੱਕ ਨੂੰ ਇਸ ਬਲੌਕ ਨੂੰ ਮੂਵ ਕਰਨ ਲਈ ਮੰਨ ਲਓ 20 ਨਿਊਟਨ ਫੋਰਸ ਚਾਹੀਦੀ ਹੈ p ਤੁਹਾਡੀ 20 ਨਿਊਟਨ ਹੈ ਤੇ ਕਹ ਲਓ 20 ਨਿਊਟਨ ਫੋਰਸ ਚਾਹੀਦੀ ਹੈ ਘੱਟੋ ਘੱਟ ਤੇ ਮੈਂ ਤੁਹਾਡੀ ਜਿਹੜੀ p ਹੈ ਉਹ 1 ਨਿਊਟਨ ਤੋਂ ਲਗਾ ਕੇ 19 ਨਿਊਟਨ ਤੱਕ ਲਗਾਤੀ 19.9 ਤੱਕ ਵੀ ਲਗਾਤੀ ਤਾਂ ਇਹ ਤੁਹਾਡਾ ਸਰਫੇਸ ਹੈ ਮੂਵ ਨਹੀਂ ਕਰੂਗਾ ਬੋਡੀ ਤੁਹਾਡੀ ਮੂਵ ਨਹੀਂ ਕਰੂਗੀ ਨਾ ਕਿਉਂਕਿ ਇਹਨੂੰ ਮਿਨੀਮਮ ਫੋਰਸ ਕਿੰਨੀ ਚਾਹੀਦੀ ਹੈ 20 ਤੋਂ ਪਹਿਲਾਂ ਤਾਂ ਇਹਨੇ ਮੂਵ ਨਹੀਂ ਕਰਨਾ ਇਹਦਾ ਮਤਲਬ ਜਿੰਨਾ ਟਾਈਮ ਤੁਹਾਡੀ ਅਪਲਾਈਡ ਫੋਰਸ ਤੁਹਾਡੀ ਇਹਨੂੰ ਸਲਾਈਡਿੰਗ ਵਾਸਤੇ ਜਿੰਨੀ ਫੋਰਸ ਚਾਹੀਦੀ ਉਸ ਤੋਂ ਘੱਟ ਹੋਊਗੀ ਤੁਹਾਡੀ ਜਿਹੜੀ ਬੋਡੀ ਹੈ ਕਿਹੜੀ ਪੋਜੀਸ਼ਨ 'ਚ ਰਹੂਗੀ ਉਹ ਐਟ ਰੈਸਟ ਪੋਜੀਸ਼ਨ 'ਚ ਰਹੂਗੀ ਜਾਂ ਸਟੈਟਿਕ ਪੋਜੀਸ਼ਨ 'ਚ ਰਹੂਗੀ ਹੈ ਨਾ ਤਾਂ ਉਸ ਟਾਈਮ ਜਿਹੜੀ ਫ੍ਰਿਕਸ਼ਨ ਇਸ ਬੋਡੀ 'ਚ ਸਟੋਰ ਹੁੰਦੀ ਹੈ ਉਹਨੂੰ ਆਪਾਂ ਕੀ ਬੋਲਾਂਗੇ ਸਟੈਟਿਕ ਫ੍ਰਿਕਸ਼ਨ मतलब डिफाइन किमें करांगे इट इज द फ्रिक्शन that come into play कदों बेटा when one body try or tends to move over the surface of other body जो एक बॉडी दूसरी बॉडी के सरफेस के ऊपर मूव करने की कोशिश कर रही है but actual motion does not start but actual motion start नहीं होया जिवें ऊपर एग्जांपल ਦਿੱਤੀ ਹੈ ਤੁਸੀਂ 19 ਨਿਊਟਨ ਤੱਕ ਫੋਰਸ ਤਾਂ ਲਗਾਤੀ ਇਸ ਬਲੌਕ ਤੇ ਬਟ ਉਹਨੂੰ ਘੱਟੋ ਘੱਟ ਫੋਰਸ ਕਿੰਨੀ ਚਾਹੀਦੀ 20 ਚਾਹੀਦੀ ਹੈ ਦੈਟ ਮੀਨ ਤੁਹਾਡੀ ਜਿਹੜੀ बॉडी है वो मूव नहीं करोगी एट रेस्ट पोजीशन करोगी उस टाइम ਜਿਹੜੀ फ्रिक्शन स्टोर होगी ਆਪਾਂ ਕੀ ਬੋਲਾਂਗੇ स्टैटिक फ्रिक्शन ठीक है जी सेकंड ਤੁਹਾਡੇ ਕੋਲ ਹੈ काइनेटिक ਜਾਂ ਮੰਨ ਲਓ ਲਿਮਟਿੰਗ सेकंड ਤੁਹਾਡੇ ਕੋਲ ਲਿਮਟਿੰਗ ਹੈ ਦੇਖੋ ਲਿਮਟਿੰਗ ਵਰਡ ਹੈ ਜਿਹੜਾ ਉਹ ਲਿਮਿਟ ਤੋਂ ਬਣਿਆ ਹੈ ਨਾ ਲਿਮਟਿੰਗ ਵਰਡ ਹੈ ਕਿ ਤੋਂ ਬਣਿਆ ਲਿਮਿਟ ਤੋਂ ਇੱਕ ਪਾਰਟਿਕੂਲਰ ਵੈਲਿਊ ਤੋਂ भी इन्नी लिमिट है ਹੁਣ मैं ऑलरेडी ऊपरली एग्जांपल ਚ ਕਹਿ ਚੁੱਕੀ ਹਾਂ ਵੀ ਜਿਹੜਾ ਵੁਡਨ ਬਲੌਕ ਹੈ ਉਹਨੂੰ ਘੱਟ ਤੋਂ ਘੱਟ 20 ਨਿਊਟਨ ਫੋਰਸ ਚਾਹੀਦੀ ਹੈ ਨਾ ਮੂਵ ਕਰਨ ਲਈ ਹੁਣ ਦੇਖੋ ਇਸ ਬਲੌਕ ਨੂੰ ਘੱਟੋ ਘੱਟ 20 ਨਿਊਟਨ ਫੋਰਸ ਚਾਹੀਦੀ ਹੈ ਸਪੋਜ਼ ਕਰੋ ਮੈਂ ਜਿਹੜੀ ਅਪਲਾਈਡ ਫੋਰਸ ਹੈ ਮੈਂ ਤੁਹਾਡੀ 20 ਨਿਊਟਨ ਕਰਤੀ ਤੁਹਾਡੀ ਬੋਡੀ ਮੋਸ਼ਨ ਦੇ ਵਿੱਚ ਆ ਜਾਏਗੀ ਹੈਨਾ ਤੁਹਾਡੀ ਫ੍ਰਿਕਸ਼ਨ ਹੌਲੀ ਹੌਲੀ ਇਸ ਤੋਂ ਪਹਿਲਾਂ ਮੰਨ ਲਓ ਕਿ ਫ੍ਰਿਕਸ਼ਨ ਸਟੈਟਿਕ ਫ੍ਰਿਕਸ਼ਨ ਜ਼ਿਆਦਾ ਸੀ ਬਾਕੀ ਫ੍ਰਿਕਸ਼ਨ ਦਾ ਹੀ ਨਹੀਂ ਖੜੀ ਸੀ ਜੀ ਸਟੈਟਿਕ ਫ੍ਰਿਕਸ਼ਨ ਜ਼ਿਆਦਾ ਸੀ ਜਿਵੇਂ ਜਿਵੇਂ ਮੈਂ ਫੋਰਸ ਵਧਾਉਣੀ ਸ਼ੁਰੂ ਕਰਤੀ 19 ਤੋਂ 19.9 ਤੋਂ 20 ਕਰਤੀ ਉਵੇਂ ਉਵੇਂ ਇਹ ਬੋਡੀ ਮੋਸ਼ਨ ਚ ਆਉਣਾ ਸਟਾਰਟ ਹੋ ਗਈ ਤਾਂ ਲਿਫਟਿੰਗ ਦਾ ਮਤਲਬ ਹੈ ਜਦੋਂ ਮੈਂ ਫੋਰਸ ਅਪਲਾਈ ਕੀਤੀ 20 ਨਿਊਟਨ ਦਾ ਬੋਡੀ ਸਟਾਰਟ ਮੋਸ਼ਨ ਬੋਡੀ ਸਟਾਰਟ ਮੂਵਿੰਗ ਬੋਡੀ ਕੀ ਹੋਗੀ ਮੂਵ ਕਰਨਾ ਸਟਾਰਟ ਕਰ ਗਈ ਉਸ ਟਾਈਮ ਜਿਹੜੀ ਫ੍ਰਿਕਸ਼ਨ ਸਟੋਰ ਸੀ ਉਸ ਲਿਮਿਟ ਤੇ that friction is called limiting friction मतलब ਕੀ ਹੈ that friction which come into play when one body start its motion start ਜਦੋਂ ਹੀ start ਕੀਤਾ over the surface of other body ਜਦੋਂ ਹੀ ਇੱਕ body
दूजी बॉडी के उपर मोशन स्टार्ट करती है उस टाइम जी फ्रिक्शन स्टोर्ड है उन्होंने आप की बोलेंगे लिम्पिंग फ्रिक्शन। थर्ड बेटा काइनेटिक फ्रिक्शन है। देखो काइनेटिक का मतलब होता मोशन के विच ना, थर्ड फ्रिक्शन केड़ी है काइनेटिक फ्रिक्शन। काइनेटिक फ्रिक्शन का मतलब है बॉडी परमानेंटली मोशन के विच आ गई। सपोज करो प्रीवियस एग्जांपल की गल कर रहे हैं, मान लो मैं 25 न्यूटन फोर्स लगा दी, देखो 19.9 तक तो बॉडी एट रेस्ट सी, वो स्टैटिक फ्रिक्शन सी। 20 ते आके ओदी बॉडी का मोशन स्टार्ट होना शुरू हो गया, स्टैटिक फ्रिक्शन घटनी शुरू हो गई, केड़ी फ्रिक्शन होनी शुरू हो गई लिमिटिंग। बट जो बॉडी मोशन के विच है, जो मान लो 25 न्यूटन फोर्स लगाती तो बॉडी का रेस्ट पोजीशन तो खत्म हो गई, बॉडी कंप्लीट मोशन 25 कह लो 30 कह लो जितनी मर्जी कह लो ना, बॉडी मोशन के विच स्टार्ट हो गई। ਹੁਣ ਜਦੋਂ कोई बॉडी मूव करूगी, जिवें मैं प्रीवियस एग्जांपल ही बना ला ना, ये ब्लॉक मूव करना स्टार्ट करूगा, पी फोर्स इधर लग रही है, तो इत्थे दोनों दा आपस स्लाइडिंग कंटैक्ट होगा ना, बॉडी मोशन दे विच है, बट फिर भी इन्हां च कुछ ना कुछ कंटैक्ट हो रहा है। उदों जिहड़ी बॉडी मोशन दे विच तां करके किनेटिक वर्ड यूज कर लिया, द बॉडी इज इन मोशन, बट ड्यू टू द कोलिजन नेचर और ड्यू टू द स्लाइडिंग नेचर ऑफ द बुक और ब्लॉक विद द टेबल, अपोजिंग फोर्स कम इनटू प्ले, दैट फ्रिक्शन इज कॉल्ड काइनेटिक फ्रिक्शन। मतलब ये वो फ्रिक्शन है जिहड़ी उदों स्टोर होंदी है किसी ऑब्जेक्ट दे विच जदों बॉडी मोशन दे विच होवे। कम इनटू प्ले कदों कम होएगी, कम इनटू प्ले when one body start completely its motion, अपना मोशन की करे हो कंप्लीटली स्टार्ट करे ओवर द सरफेस ऑफ अदर बॉडी, उस तो जेडी फ्रिक्शन स्टोर होगी ना बाकी बोलते हैं काइनेटिक फ्रिक्शन। अगला क्लियर है। उस तो बाद बेटा ਇਹਦੇ ਵਿੱਚ ਇੱਕ क्वेश्चन ਇਹ ਪੁੱਛ ਲੈਂਦੇ ਨੇ ਤਿੰਨਾਂ ਤੋਂ ਜ਼ਿਆਦਾ ਕੌਣ ਹੈ, ਸਟੈਟਿਕ फ्रिक्शन ਜ਼ਿਆਦਾ ਵੈਲਿਊ ਹੁੰਦੀ ਹੈ, ਕਾइनेटिक ਹੁੰਦੀ ਹੈ ਜਾਂ लिमिटिंग ਹੁੰਦੀ ਹੈ। ठीक है, ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ, ਹੁਣ ਬੇਟਾ ਤੁਸੀਂ ਇੱਕ ਚੀਜ਼ ਨੋਟ ਕਰੋ ਇਹਦੇ ਵਿੱਚ, ਜੇ ਤੁਸੀਂ ਗ੍ਰਾਫ ਪਲਾਟ ਕਰੋਗੇ ਨਾ, ਇਧਰਲੇ ਪਾਸੇ ਮੈਂ ਲੈ ਲਈ ਅਪਲਾਈਡ ਫੋਰਸ, मान लो P लगा ली, इधरले पासे मैं ले ली फ्रिक्शन फोर्स F ले ली। तुसी देखोगे कि जिन्ना टाइम थोड़ी अप्लाइड फोर्स 20 न्यूटन नहीं हुई सी, थोड़ी स्टैटिक फ्रिक्शन सी, यही से अपने ऐ जा रहे फ्रिक्शन वधी जाती है, थोड़ी अप्लाइड फोर्स वधेगी, थोड़ी फ्रिक्शन वधेगी। एक पर्टिकुलर V ते जाके बॉडी ने मोशन स्टार्ट किया, मतलब उदों फ्रिक्शन थोड़ी की है एकदम तुहानूं ज़्यादा फोर्स लानी पऊगी। V तो बाद थोड़ा मोशन कंटिन्यूसली स्टार्ट हो गया है ना, आ जी है थोड़ी एफ एस है स्टैटिक फ्रिक्शन है, आ हंप जा दिखाया है थोड़ा एफ एल है, आ थोड़ी की है एफ की है काइनेटिक फ्रिक्शन, आ वाला थोड़ा एफ एल है। ठीक है, इत्थे क्योंकि बॉडी ने मोशन स्टार्ट किया है तो उदों तुहानूं ज़्यादा फोर्स लगानी पऊगी। मैं एक्सप्लेन करता इस दोबारा तो, क्वेश्चन की पूछ लेंगे, प्रूव करो जी काइनेटिक फ्रिक्शन है हमेशा लिमिटिंग फ्रिक्शन नालों घट होंदी है। क्वेश्चन ये पूछ लेंगे why kinetic friction is always less than limiting friction। kinetic friction हमेशा limiting नालों घट क्यों होती है? तो ਇਹਦੇ ਵਿੱਚ बेटा की है, ग्राफ की गल करांगे ਆਪਾਂ, ਇਹ ਚ ਆਪਾਂ ਇਹ बोल सकते हैं, कह सकते हैं कि ਜਦੋਂ बॉडी को लिमिटिंग फ्रिक्शन ਸੀਗੀ ਜਾਂ बॉडी ने मोशन स्टार्ट ਕੀਤਾ ਸੀ, स्टैटिक ਦੇ ਵਿੱਚ बॉडी खड़ी ਸੀਗੀ, बॉडी ਕੋਲ ਇਨਰਸ਼ੀਆ ਪ੍ਰੋਪਰਟੀ ਸੀਗਾ, ਜਦੋਂ ਹੀ लिमिटिंग फ्रिक्शन की गल हुई, ਜਦੋਂ लिमिट तक पहुंची जिन्ना ਉਹਨੂੰ मोशन ਚਾਹੀਦਾ ਹੈ, ਜਿਹਨੂੰ फोर्स ਚਾਹੀਦੀ ਹੈ, ਤਾਂ ਆਪਾਂ ਨੂੰ ਉਹਦਾ ਇਨਰਸ਼ੀਆ ਪ੍ਰੋਪਰਟੀ ਲੌਸਟ ਕਰਨ ਲਈ ਕੁਝ ਐਕਸਟਰਾ फोर्स ਚਾਹੀਦੀ ਹੋਊਗੀ। ਜਦੋਂ ਕੋਈ ਚੀਜ਼ ਖੜੀ ਹੈ, ਦੇਖੋ ਕੋਈ ਚੀਜ਼ ਖੜੀ ਹੈ, ਉਹਨੂੰ ਤੁਸੀਂ मोशन स्टार्ट करना, जिवें कार खड़ी है सपोज करो है ना, या कोई हैवी बॉडी होर ऑब्जेक्ट मान लो, सोनू ਉਹਦਾ मोशन स्टार्ट करने लगी दिक्कत आऊगी, कोई ਉਹਨੂੰ बहुत ज्यादा फोर्स अप्लाई करनी पऊगी। मान लो कार ऑलरेडी चल रही है हौली हौली, ਤੁਸੀਂ ਉਹਨੂੰ ਧੱਕਾ लगा के तेज तक कर सकते हो, ਤੁਹਾਨੂੰ ਘੱਟ फोर्स लगानी पऊगी क्योंकि बॉडी ऑलरेडी काहदे विच है, काइनेटिक मोशन दे विच है, ਤਾਂ ਉੱਥੇ ਤੁਹਾਡੀ फ्रिक्शन घट होगी। बट ਜਦੋਂ बॉडी लिमिट, क्योंकि बॉडी ਕੋਲ ਇਨਰਸ਼ੀਆ प्रॉपर्टी है नहीं, इनर्शिया ऑफ रेस्ट है नहीं, बट ਜਦੋਂ बॉडी स्टैटिक पोजीशन ਦੇ ਵਿੱਚ ਹੈ तो ਉਹਦੇ ਕੋਲ ਇਨਰਸ਼ੀਆ ਪ੍ਰੋਪਰਟੀ ਹੈ, ਤਾਂ ਆਪਾਂ ਨੂੰ ਇਨਰਸ਼ੀਆ ਪ੍ਰੋਪਰਟੀ ਨੂੰ ਖਤਮ ਕਰਨਾ ਪਊਗਾ, ਤਾਂ ਕਰਕੇ ਆਪਾਂ ਨੂੰ ਕੁਝ ਐਕਸਟਰਾ ਫੋਰਸ ਲਗਾਣੀ ਪਊਗੀ, ਜਿਹਦੇ ਕਰਕੇ ਤੁਹਾਡਾ ਸਟੈਟਿਕ ਫ੍ਰਿਕਸ਼ਨ ਹੈ ਕੀ ਹੈ ਖਤਮ ਹੋ ਜੇ।
वो होगी लिफ्टिंग है ना। ਤਾਂ ਕਰਕੇ ਜਿਹੜੀ ਲਿਫਟਿੰਗ ਆ ਥੋੜਾ ਜਿਹਾ ਹਮ ਉੱਚਾ ਬਣਾਇਆ क्योंकि लिफ्टिंग ਦਾ मतलब कि इस जगह ਤੇ इस पर्टिकुलर पॉइंट ਦੀ ਗੱਲ ਕਰ ਰਿਹਾ मैं इस जगह ਤੇ ਤੁਹਾਨੂੰ ਬੋਡੀ ਨੂੰ ਜ਼ਿਆਦਾ ਫੋਰਸ ਦੇਣੀ ਪਊਗੀ ਕਿਉਂਕਿ ਤੁਸੀਂ ਬੋਡੀ ਦਾ ਮੋਸ਼ਨ ਕੀ ਕਰਨਾ ਸਟਾਰਟ ਕਰਨਾ ਹੈ। ਤੁਸੀਂ ਕਾਮਨ ਆਬਜ਼ਰਵੇਸ਼ਨ ਦੇਖਿਓ ਜੇ ਤੁਸੀਂ ਕਿਸੇ ਕਾਰ ਤੁਹਾਡੀ ਐਟ ਰੈਸਟ ਪੋਜੀਸ਼ਨ ਦੇ ਵਿੱਚ ਹੈ ਤਾਂ ਤੁਸੀਂ ਕਾਰ ਨੂੰ ਸਟਾਰਟ ਕਰਨਾ ਹੈ ਤਾਂ ਤੁਹਾਨੂੰ ਐਕਸਟਰਾ ਫੋਰਸ ਲਾਣੀ ਪਊਗੀ ਐਜ਼ ਕੰਪੈਰੀਜ਼ਨ ਟੂ ਵੈਨ ਕਦੋਂ ਜਦੋਂ ਤੁਹਾਡੀ ਕਾਰ ਆਲਰੇਡੀ ਮੋਸ਼ਨ ਤੇ ਤਾਂ ਕਰਕੇ ਜਿਹੜੀ ਸਟੈਟਿਕ ਫ੍ਰਿਕਸ਼ਨ ਹੁੰਦੀ ਹੈ ਲਿਫਟਿੰਗ ਫ੍ਰਿਕਸ਼ਨ ਹੁੰਦੀ ਹੈ ਥੋੜੀ ਜ਼ਿਆਦਾ ਹੁੰਦੀ ਹੈ kinetic friction। ठीक है जी। ਅੱਗੇ ਬਟ ਜਿਹੜੀ kinetic friction ਹੈ ਉਹ ਵੀ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਸਲਾਈਡਿੰਗ ਫ੍ਰਿਕਸ਼ਨ ਇੱਕ ਹੁੰਦੀ ਹੈ ਰੋਲਿੰਗ ਫ੍ਰਿਕਸ਼ਨ। ਠੀਕ ਹੈ ਤੇ ਪਹਿਲਾ ਫ੍ਰਿਕਸ਼ਨ ਦੋ ਤਰ੍ਹਾਂ ਦੀ ਸੀ ਇੰਟਰਨਲ ਐਂਡ ਐਕਸਟਰਨਲ। ਐਕਸਟਰਨਲ ਅਗੇ ਤਿੰਨ ਤਰ੍ਹਾਂ ਦੀ ਸਟੈਟਿਕ kinetic ਤੇ ਲਿਮਟਿੰਗ। ठीक है ਜਿਹੜੀ kinetic है वो फर्दर के दो तरह की है एक होती है पहली है स्लाइडिंग दूजी ਤੁਹਾਡੇ ਕੋਲ है रोलिंग। वो दोनों वर्ड च फर्क है ना एक ते बॉडी दूजी बॉडी पर स्लाइड कर रही है स्लाइडिंग फ्रिक्शन एंड रोलिंग फ्रिक्शन। एक फोर्स दे विच तां बॉडी दूजी बॉडी पर स्लाइड कर रही है दूजे फ्रिक्शन विच रोल कर रही जिवें इस तां आपां वुडन ब्लॉक दी रेक्टेंगुलर वुडन ब्लॉक दी गल कर लैंदे हां ठीक है that type of friction comes into play कदों when one body one just smooth surface कह लो slide over the surface of other body ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਸਰਫੇਸ ਉੱਪਰ ਮੂਵ ਕਰ ਰਿਹਾ ਹੋਵੇ ਉਦੋਂ ਜਿਹੜੀ ਫ੍ਰਿਕਸ਼ਨ ਵਿੱਚ ਲੱਗਦੀ ਉਹਨੂੰ ਕੀ ਬੋਲਦੇ ਆ ਸਲਾਈਡਿੰਗ। ਜਿਵੇਂ ਫॉर एग्जांपल ਆ ਵੁਡਨ ਦੀ ਬਲੌਕ ਨੇ ਮੇਰੇ ਕੋਲ W1 ਐਂਡ W2 ਇਹ ਦੋਨੋਂ ਇੱਕ ਦੂਜੇ ਉੱਪਰ ਸਲਾਈਡ ਕਰ ਰਹੇ ਨੇ ਤੇ ਜਿਹੜੀ ਫ੍ਰਿਕਸ਼ਨ ਇਹਨਾਂ ਵਿੱਚ ਕ੍ਰੀਏਟ ਹੋਊਗੀ ਉਹਨੂੰ ਆਪਾਂ ਕੀ ਬੋਲਾਂਗੇ ਸਲਾਈਡਿੰਗ ਫ੍ਰਿਕਸ਼ਨ। ਨੈਕਸਟ ਹੈ ਤੁਹਾਡੇ ਕੋਲ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਇਹ ਫ੍ਰਿਕਸ਼ਨ ਉਦੋਂ ਲੱਗਦੀ ਹੈ ਜਦੋਂ ਇੱਕ ਬੋਡੀ ਦੂਜੀ ਬੋਡੀ ਉੱਪਰ ਰੋਲ ਕਰਦੀ ਹੋਵੇ। ਮੇਨਲੀ ਐਗਜ਼ਾਮਪਲ ਆਪਾਂ ਲਾਵਾਂਗੇ ਟਾਇਰ ਤੇ ਅਰਥ ਦੀ ਹੈ ਨਾ ਜੋ ਗਰਾਊਂਡ ਤੇ ਅਰਥ ਟਾਇਰ ਦੀ। This type of friction comes into play when one body slide over the surface of other body। ਜਦੋਂ ਇੱਕ ਬੋਡੀ ਦੂਜੀ ਬੋਡੀ ਦੀ ਸਰਫੇਸ ਦੇ ਉੱਪਰ ਕੀ ਕਰੇ ਸਲਾਈਡ ਸਲਾਈਡ ਨਹੀਂ roll over the surface of the body। ਜਿਵੇਂ ਇੱਕ ਟਾਇਰ ਹੈ ਤੁਹਾਡੇ ਕੋਲ ਸਰਕੂਲਰ ਆਬਜੈਕਟ ਹੈ ਕੋਈ ਅਰਥ ਪਰ ਰੋਲ ਕਰ ਰਿਹਾ ਠੀਕ ਹੈ ਇੱਥੇ ਜਿਹੜੀ ਫ੍ਰਿਕਸ਼ਨ ਕ੍ਰੀਏਟ ਹੋਊਗੀ ਉਹਨੂੰ ਆਪਾਂ ਕੀ ਬੋਲਾਂਗੇ ਰੋਲਿੰਗ ਫ੍ਰਿਕਸ਼ਨ। ਦੇਖੋ ਬੇਟਾ ਇਹਦਾ ਰੀਜ਼ਨ ਕੀ ਹੈ ਰੋਲਿੰਗ ਫ੍ਰਿਕਸ਼ਨ ਹੋਣ ਦਾ। ਦੇਖੋ ਸਪੋਜ਼ ਕੋਈ ਟਾਇਰ ਦਾ ਪੂਰਾ ਏਰੀਆ A ਹੈ ਬਟ ਟਾਇਰ ਦਾ ਇੱਕ ਟਾਈਮ ਤੇ ਏਰੀਆ ਤਾਂ ਬਹੁਤ ਘੱਟ ਟੱਚ ਕਰਨਾ ਗਰਾਊਂਡ ਨਾਲ ਇੰਨਾ ਏਰੀਆ ਟੱਚ ਕਰ ਰਿਹਾ ਮੰਨ ਲਓ ਇਹ ਸਮਾਲ A ਹੈ। ਹੁਣ ਆਪਾਂ ਨੂੰ ਪਤਾ ਇੱਕ ਫਾਰਮੂਲਾ ਹੁੰਦਾ ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਪਰ ਯੂਨਿਟ ਏਰੀਆ। ਜੇ ਏਰੀਆ ਘੱਟ ਟੱਚ ਕਰ ਰਿਹਾ ਤਾਂ ਇਹਦਾ ਮਤਲਬ ਟਾਇਰ ਜਿਹੜਾ ਹੈ ਧਰਤੀ ਤੇ ਪ੍ਰੈਸ਼ਰ ਜ਼ਿਆਦਾ ਲਗਾ ਰਿਹਾ ਇਹਦਾ ਮਤਲਬ ਨੀਚੇ ਵਾਲੇ ਦਾ ਪ੍ਰੈਸ਼ਰ ਜ਼ਿਆਦਾ ਲੱਗ ਰਿਹਾ। ਜੇ ਨੀਚੇ ਵਾਲਾ ਪ੍ਰੈਸ਼ਰ ਜ਼ਿਆਦਾ ਲੱਗ ਰਿਹਾ ਤਾਂ ਇਹ ਕਹਿ ਲਓ ਨੀਚੇ ਵਾਲਾ ਫੋਰਸ ਵੀ ਜ਼ਿਆਦਾ ਲੱਗ ਰਹੀ ਹੈ। ਪ੍ਰੈਸ਼ਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਫੋਰਸ ਹੁੰਦਾ ਤਾਂ ਨੀਚੇ ਨੂੰ ਫੋਰਸ ਲੱਗਣ ਦਾ ਮਤਲਬ ਕੀ ਹੈ ਜਿਹੜਾ ਟਾਇਰ ਹੈ ਤੁਹਾਡਾ ਉਹਨੂੰ ਐ ਲੱਗੂਗਾ ਉਹਨੂੰ ਐ ਅਪੀਅਰ ਹੋਊਗਾ ਵੀ ਜਿਹੜਾ ਉਹਦੇ ਨੀਚੇ ਅਰਥ ਹੈ ਜਾਂ ਗਰਾਊਂਡ ਹੈ ਜਾਂ ਜ਼ਮੀਨ ਹੈ ਉਹ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ। ਮੈਂ ਡਾਇਗਰਾਮ ਬਣਾ ਰਿਹਾ ਇੱਥੇ ਲੱਗੋ ਇਹਨੂੰ ਬੰਪ ਕਹਿ ਦਿੰਦੇ ਆ ਜਿਵੇਂ ਹੰਪ ਹੁੰਦਾ ਹੰਪ ਉੱਪਰ ਹੁੰਦਾ ਇਹ ਬੰਪ ਨੀਚੇ ਹੁੰਦਾ ਉਹਨੂੰ ਕੋਈ ਟੋਆ ਜਿਹਾ ਅਪੀਅਰ ਹੋਊਗਾ ਕਹਿੰਦਾ ਮਤਲਬ ਕਿਉਂ ਕਿਉਂਕਿ ਸਮਾਲਰ ਏਰੀਆ ਟੱਚ ਕਰ ਰਿਹਾ ਗਰਾਊਂਡ ਨੂੰ ਤਾਂ ਕਰਕੇ ਅਕੋਰਡਿੰਗ ਟੂ ਦਾ ਰੂਲ ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਪਰ ਯੂਨਿਟ ਏਰੀਆ। ਜੇ ਏਰੀਆ ਘੱਟ ਟੱਚ ਕਰ ਰਿਹਾ ਤਾਂ ਪ੍ਰੈਸ਼ਰ ਤੁਹਾਡਾ ਕਿ ਲੱਗੂ ਜ਼ਿਆਦਾ ਲੱਗੂਗਾ ਤਾਂ ਉਹਨੂੰ ਬੰਪ ਅਪੀਅਰ ਹੋਊਗਾ। ਇਹਦਾ ਮਤਲਬ ਐ ਲੱਗੂ ਟਾਇਰ ਉਹਦਾ ਨੀਚੇ ਗੁੜ ਗਿਆ ਤਾਂ ਉਹਨੂੰ ਅਪਲਾਈ ਕਰਨ ਲਈ ਆਪਾਂ ਨੂੰ ਜ਼ਿਆਦਾ ਫੋਰਸ ਲਾਉਣੀ ਪੈਂਦੀ ਹੈ ਨਾ। ਦੇਖੋ ਜਦੋਂ ਉਹ ਵਿੱਚ ਗੁੜ ਗਿਆ ਧਸ ਗਿਆ ਵਿੱਚ ਗਰਾਊਂਡ ਦੇ then ਆਪਾਂ ਕਹਿ ਦਾਂਗੇ ਕਿ ਉਹਦਾ ਮੋਸ਼ਨ ਅਪੋਜ਼ ਹੋ ਗਿਆ ਉਸੇ ਅਪੋਜ਼ ਨੂੰ ਆਪਾਂ ਫ੍ਰਿਕਸ਼ਨ ਕਹਿ ਦਿੰਦੇ ਹਾਂ। ਇਹ ਹੈ ਤੁਹਾਡਾ ਬੇਸਿਕ ਕਾਜ਼ ਕੀ ਹੈ ਰੋਲਿੰਗ ਫ੍ਰਿਕਸ਼ਨ। ਠੀਕ ਹੈ ਜੀ ਨੈਕਸਟ ਟੌਪਿਕ ਬੇਟਾ ਆਪਾਂ ਅਗਲੀ ਵੀਡੀਓ ਚ ਕਰਾਂਗੇ।